ਹਾਲੇਲੂਇਆ। ਸਾਰੇ ਭੈਣਾਂ ਤੇ ਭਰਾਵਾਂ ਨੂੰ ਜੈ ਮਸੀਹ ਦੀ। ਸੋ ਪਰਮੇਸ਼ਰ ਦਾ ਬੜਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਦੇ ਲਈ, ਸਮੇਂ ਦੇ ਲਈ ਜੋ ਪਰਮੇਸ਼ਰ ਨੇ ਇਹ ਸਮਾਂ ਸਾਡੇ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਠਹਿਰਾਇਆ ਹੈ। ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ। ਸੋ ਮੇਰੇ ਅਜੀਜ਼ੋ, ਅੱਜ ਮੈਂ ਤੁਹਾਡੇ ਨਾਲ ਪਰਮੇਸ਼ਰ ਦਾ ਵਚਨ ਸਾਂਝਾ ਕਰਨਾ ਚਾਹੁੰਦਾ ਹਾਂ ਵੀ ਇਹ ਜਿਹੜੀ ਮਰੀ ਜਿਹੜੀ ਤੜੀ ਸਾਰੀ ਧਰਤੀ ਦੇ ਉੱਤੇ ਫੈਲ ਰਹੀ ਆ, ਇਹ ਜਿਹੜੀ ਵਬਾ ਦੀ ਚਪੇਟ ਦੇ ਵਿੱਚ, ਕਰੋਨਾ ਵਾਇਰਸ ਦੀ ਚਪੇਟ ਦੇ ਵਿੱਚ ਸਾਰੇ ਦੇਸ਼ ਆ ਚੁੱਕੇ ਆ। ਅੱਜ ਇਸ ਵਬਾ ਦੇ ਉੱਤੇ ਮੈਂ ਤੁਹਾਡੇ ਨਾਲ ਪਰਮੇਸ਼ਰ ਦਾ ਵਚਨ ਸਾਂਝਾ ਕਰਨਾ ਚਾਹੁੰਦਾ ਵੀ ਜਿਹੜੀ ਇਹ ਵਬਾ ਹੈ ਇਹ ਧਰਤੀ ਤੇ ਕਿਹੜੇ ਕਾਰਨਾਂ ਦੇ ਕਰਕੇ ਆਈ ਹੈ। ਸੋ ਮੇਰੇ ਜੀਜੋ, ਜਿਸ ਤਰ੍ਹਾਂ ਬਾਈਬਲ ਦੇ ਵਿੱਚ ਲਿਖਿਆ ਹੈ, ਰੋਮੀਆਂ 6:23 ਐਤ ਇਸ ਜਗ੍ਹਾ ਤੇ ਅਸੀਂ ਪੜ੍ਹਦੇ ਹਾਂ, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਰ ਦੀ ਬਖਸ਼ੀਸ਼ ਮਸੀਹ ਯੇਸੂ ਸਾਡੇ ਪ੍ਰਭੂ ਵਿੱਚ ਸੰਦੀਪਕ ਜੀਵਨ ਹੈ। ਸੋ ਮੇਰੇ ਜੀਜੋ, ਜਗ੍ਹਾ ਦੇ ਉੱਤੇ ਪਵਿੱਤਰ ਬਾਈਬਲ ਸਾਨੂੰ ਦੱਸਦੀ ਹੈ ਵੀ ਪਾਪ ਦੀ ਮਜ਼ਦੂਰੀ ਮੌਤ ਆ। ਧਰਤੀ ਦੇ ਉੱਤੇ ਇਹ ਘਟਨਾਵਾਂ ਉਦੋਂ ਹੁੰਦੀਆਂ ਆ, ਇਹ ਮੌਤ ਵਰਗੀ ਜਿਹੜੀ ਮਰੀ ਆ ਉਦੋਂ ਫੈਲਦੀ ਆ ਜਦੋਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਇਨਸਾਨ ਕੀ ਕਰਦਾ ਹੈ? ਪਾਪ ਕਰਦਾ ਹੈ। ਅਤੇ ਇਹ ਪਾਪ ਇਨਸਾਨ ਦਾ ਇਸ ਕਦਰ ਵੱਧ ਜਾਂਦਾ ਹੈ ਵੀ ਇਨਸਾਨ ਪਾਪ ਤਾਂ ਕਰਦਾ ਹੀ ਹੈ ਅਤੇ ਉਸ ਪਾਪਾਂ ਦੀ ਮਾਫੀ ਅਤੇ ਉਸ ਪਾਪਾਂ ਦਾ ਪਛਤਾਪ ਵੀ ਪਰਮੇਸ਼ਰ ਦੇ ਕੋਲ ਨਹੀਂ ਕਰਦਾ। ਸੋ ਇਸ ਤਰ੍ਹਾਂ ਜਿਹੜਾ ਪਾਪ ਹੈ ਇਨਸਾਨ ਦਾ ਪਰਮੇਸ਼ਰ ਦੇ ਹਜ਼ੂਰ ਦੇ ਵਿੱਚ ਪਹੁੰਚਦਾ ਹੈ ਤੇ ਫਿਰ ਧਰਤੀ ਦੇ ਉੱਤੇ ਇਦਾਂ ਦੀਆਂ ਜਿਹੜੀਆਂ ਘਟਨਾਵਾਂ ਆ ਉਹ ਵਾਪਰਨੀਆਂ ਸ਼ੁਰੂ ਹੋ ਜਾਂਦੀਆਂ ਆ। ਆਓ ਮੇਰੇ ਅਜੀਜ਼ੋ, ਅਸੀਂ ਬਾਈਬਲ ਦੇ ਵਿੱਚੋਂ ਜਾਣਾਂਗੇ ਕਿਸ ਤਰ੍ਹਾਂ ਇਨਸਾਨ ਜਿਹੜਾ ਆ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਾਪ ਕਰ ਰਿਹਾ ਹੈ ਅਤੇ ਜਿਸ ਤਰ੍ਹਾਂ ਬਾਈਬਲ 'ਚ ਲਿਖਿਆ ਪਾਪ ਦੀ ਮਜ਼ਦੂਰੀ ਮੌਤ ਹੈ। ਜਦੋਂ ਪਰਮੇਸ਼ਰ ਨੇ ਆਰੰਭ ਦੀ ਕਿਤਾਬ ਜਦੋਂ ਅਸੀਂ ਪੜ੍ਹਦੇ ਹਾਂ, ਉਸ ਜਗ੍ਹਾ ਦੇ ਉੱਤੇ ਪਰਮੇਸ਼ਰ ਨੇ ਜਦੋਂ ਆਦਮ ਤੇ ਹਵਾ ਨੂੰ ਬਣਾਇਆ ਤੇ ਪਵਿੱਤਰ ਬਾਈਬਲ ਵਿੱਚ ਲਿਖਿਆ, ਉਤਪਤੀ ਆਰੰਭ ਦੀ ਕਿਤਾਬ ਪਹਿਲਾ ਅਧਿਆਇ ਉਹਦੀ 26 ਐਤ ਦੇ ਵਿੱਚ ਪਰਮੇਸ਼ਰ ਨੇ ਆਦਮ ਨੂੰ ਆਪਣੇ ਸਰੂਪ ਤੇ ਆਪਣੇ ਵਰਗਾ ਬਣਾਇਆ ਸੀ। ਜਿਸ ਤਰ੍ਹਾਂ ਪਰਮੇਸ਼ਰ ਪਵਿੱਤਰ ਤੇ ਪਾਕ ਸੀ, ਜਿਸ ਤਰ੍ਹਾਂ ਪਰਮੇਸ਼ਵਰ ਦਇਆ ਦਾ ਸਾਗਰ ਤੇ ਕਿਰਪਾ ਦਾ ਧਨੀ ਸੀ, ਜਿਸ ਤਰ੍ਹਾਂ ਪਰਮੇਸ਼ਵਰ ਪਾਪ ਤੋਂ ਰਹਿਤ ਸੀ, ਉਸੇ ਤਰ੍ਹਾਂ ਮੇਰੇ ਅਜੀਜ਼ੋ ਪਰਮੇਸ਼ਰ ਨੇ ਆਦਮ ਨੂੰ ਆਪਣੇ ਸਰੂਪ ਤੇ ਬਣਾ ਕੇ ਆਪਣੇ ਵਰਗਾ ਬਣਾਇਆ ਅਤੇ ਉਸੇ ਤਰ੍ਹਾਂ ਆਦਮ ਵੀ ਜਿਹੜਾ ਸੀਗਾ ਉਹ ਪਾਪ ਤੋਂ ਰਹਿਤ ਤੇ ਪਵਿੱਤਰ ਸੀਗਾ। ਪਰ ਪਵਿੱਤਰ ਬਾਈਬਲ ਦੱਸਦੀ ਆ, ਜਦੋਂ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਬਣਾਇਆ ਤੇ ਆਦਮ ਤੇ ਹਵਾ ਨੇ ਪਰਮੇਸ਼ਰ ਦੀ ਹਜ਼ੂਰੀ ਵਿੱਚ ਕੀ ਕੀਤਾ? ਪਾਪ ਕੀਤਾ। ਜਦੋਂ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਅਦਨ ਦੇ ਬਾਗ ਦੇ ਵਿੱਚ ਰੱਖਿਆ ਤਾਂ ਪਰਮੇਸ਼ਰ ਨੇ ਉਸ ਜਗ੍ਹਾ ਤੇ ਆਦਮ ਤੇ ਹਵਾ ਨੂੰ ਇੱਕ ਆਗਿਆ ਦਿੱਤੀ, ਇੱਕ ਵਚਨ ਦਿੱਤਾ ਕਿ ਤੁਸੀਂ ਅਦਨ ਦੇ ਬਾਗ ਦੇ ਸਾਰੇ ਬ੍ਰਿਕਸ਼ਾਂ ਦੇ ਫਲ ਤੋਂ ਖਾ ਸਕਦੇ ਹੋ, ਪਰ ਜਿਹੜਾ ਵਿਚਕਾਰ ਦੇ ਵਿੱਚ ਬ੍ਰਿਕਸ਼ ਹੈ ਨਾ ਤੁਸੀਂ ਉਸ ਤੋਂ ਖਾਣਾ ਅਤੇ ਨਾ ਤੁਸੀਂ ਉਸ ਨੂੰ ਹੱਥ ਲਾਉਣਾ। ਪਰਮੇਸ਼ਵਰ ਨੇ ਆਦਮ ਅਤੇ ਹਵਾ ਨੂੰ ਆਖਿਆ, ਜਿਸ ਦਿਨ ਤੁਸੀਂ ਇਸ ਬ੍ਰਿਕਸ਼ ਦੇ ਫਲ ਤੋਂ ਖਾਓਗੇ ਤੁਸੀਂ ਮਰ ਜਾਓਗੇ। ਸੋ ਇਸ ਜਗ੍ਹਾ ਤੇ ਅਸੀਂ ਦੇਖਦੇ ਹਾਂ ਆਦਮ ਤੇ ਹਵਾ ਨੇ ਕੀ ਕੀਤਾ। ਉਹ ਜਿਹੜਾ ਵਚਨ ਪਰਮੇਸ਼ਵਰ ਨੇ ਆਦਮ ਤੇ ਹਵਾ ਨੂੰ ਦਿੱਤਾ ਸੀ, ਜਿਸ ਵਚਨ ਦੇ ਅੰਦਰ ਜੀਵਨ ਸੀ, ਜਿਸ ਵਚਨ ਦੇ ਅੰਦਰ ਜ਼ਿੰਦਗੀ ਸੀਗੀ, ਆਦਮ ਤੇ ਹਵਾ ਨੇ ਕੀ ਕੀਤਾ? ਉਸ ਵਚਨ ਨੂੰ ਤੋੜਿਆ ਅਤੇ ਉਹ ਫਲ ਜਿਹੜਾ ਖਾਣ ਤੋਂ ਪਰਮੇਸ਼ਰ ਨੇ ਮਨਾ ਕੀਤਾ ਸੀ, ਆਦਮ ਤੇ ਹਵਾ ਨੇ ਕੀ ਕੀਤਾ? ਉਹ ਫਲ ਨੂੰ ਖਾ ਲਿਆ। ਜਿੱਦਾਂ ਹੀ ਉਹਨਾਂ ਨੇ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕੀਤੀ ਅਤੇ ਉਸ ਫਲ ਨੂੰ ਖਾਧਾ, ਜਿਹੜੇ ਫਲ ਨੂੰ ਖਾਣ ਤੋਂ ਪਰਮੇਸ਼ਰ ਨੇ ਮਨਾ ਕੀਤਾ ਸੀ, ਤੇ ਪਵਿੱਤਰ ਬਾਈਬਲ ਦੱਸਦੀ ਹੈ ਉਹਨਾਂ ਦੇ ਪਾਪ ਦੇ ਕਾਰਨ ਧਰਤੀ ਦੇ ਉੱਤੇ ਮੌਤ ਆਈ। ਜਿਸ ਤਰ੍ਹਾਂ ਬਾਈਬਲ ਦੱਸਦੀ ਆ ਪਾਪ ਦੀ ਮਜ਼ਦੂਰੀ ਮੌਤ ਆ। ਇਸ ਜਗ੍ਹਾ ਤੇ ਅਸੀਂ ਪੜ੍ਹਦੇ ਹਾਂ ਮੇਰੇ ਜੀਜੋ ਵੀ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕਰਨਾ ਹੀ ਪਾਪ ਆ, ਪਰਮੇਸ਼ਰ ਦੇ ਵਚਨ ਨੂੰ ਤੋੜਨਾ ਹੀ ਪਾਪ ਹੈ। ਇਸੇ ਤਰ੍ਹਾਂ ਮੇਰੇ ਅਜੀਜੋ ਰੋਮੀਆਂ 5 ਅਧਿਆਇ ਜਦੋਂ ਉਹਦੀ ਅਸੀਂ 12 ਐਤ ਨੂੰ ਪੜ੍ਹਦੇ ਹਾਂ, ਇਸ ਜਗ੍ਹਾ ਦੇ ਉੱਤੇ ਲਿਖਿਆ ਹੈ, ਇਸ ਲਈ ਜਿਵੇਂ ਇੱਕ ਮਨੁੱਖ ਤੋਂ ਪਾਪ ਸੰਸਾਰ ਵਿੱਚ ਆਇਆ ਅਤੇ ਪਾਪ ਤੋਂ ਮੌਤ ਆਈ ਅਤੇ ਇਸੇ ਤਰ੍ਹਾਂ ਮੌਤ ਸਭਨਾ ਮਨੁੱਖਾਂ ਵਿੱਚ ਫੈਲਰ ਗਈ, ਇਸ ਲਈ ਜੋ ਸਭਨਾ ਨੇ ਪਾਪ ਕੀਤਾ। ਹੁਣ ਉਹ ਜਿਹੜੇ ਲੋਕ ਜਿਹੜੇ ਪਰਮੇਸ਼ਰ ਦੇ ਇਸ ਪਵਿੱਤਰ ਕਲਾਮ ਨੂੰ ਪੜ੍ਹਦੇ ਹਨ, ਉਹਨਾਂ ਦੇ ਮਨ ਦੇ ਵਿੱਚ ਇਹ ਸਵਾਲ ਜ਼ਰੂਰ ਉੱਠਦਾ ਹੋਣਾ ਹੈ ਕਿ ਉਸ ਬ੍ਰਿਕਸ਼ ਦੇ ਫਲ ਵਿੱਚ ਇਹੋ ਜਿਹਾ ਕੀ ਸੀ ਜਿਸ ਨੂੰ ਖਾਣ ਦੇ ਕਰਕੇ ਆਦਮ ਅਤੇ ਹਵਾ ਨੂੰ ਮਰਨਾ ਪਿਆ। ਸੋ ਮੇਰੇ ਅਜੀਜ਼ੋ, ਗੱਲ ਇਸ ਜਗ੍ਹਾ ਦੇ ਉੱਤੇ ਫਲ ਖਾਣ ਦੀ ਨਹੀਂ ਸੀ, ਗੱਲ ਉਸ ਵਚਨ ਦੀ ਸੀ ਜਿਹੜਾ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਦਿੱਤਾ ਸੀ, ਇਹ ਦੇਖਣ ਦੇ ਲਈ ਵੀ ਕੀ ਜਿਸ ਇਨਸਾਨ ਦੇ ਸਭ ਕੁਝ ਬਣਾ ਕੇ ਮੈਂ ਅਧੀਨ ਕਰ ਦਿੱਤਾ, ਕੀ ਉਹ ਮੇਰੇ ਇੱਕ ਹੁਕਮ ਦੀ ਪਾਲਣਾ ਕਰਦਾ ਹੈ ਕਿ ਨਹੀਂ ਕਰਦਾ ਹੈ। ਇਸ ਜਗ੍ਹਾ ਦੇ ਉੱਤੇ ਪਰਮੇਸ਼ਰ ਦਾ ਵਚਨ ਸਾਨੂੰ ਦੱਸਦਾ ਹੈ ਵੀ ਇੱਕ ਆਦਮ ਤੇ ਹਵਾ ਦੇ ਪਾਪ ਦੇ ਕਾਰਨ, ਇੱਕ ਮਨੁੱਖ ਦੇ ਪਾਪ ਦੇ ਕਾਰਨ ਜਿਹੜੀ ਮੌਤ ਸੀਗੀ ਸਭਨਾ ਮਨੁੱਖਾਂ ਦੇ ਵਿੱਚ ਫੈਲਰ ਗਈ।
ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਵੀ ਜਿਹੜਾ ਕਰੋਨਾ ਵਾਇਰਸ ਆ ਉਹ ਬੰਦੇ ਤੋਂ ਬੰਦੇ ਨੂੰ ਹੋ ਰਿਹਾ ਆ, ਇਨਸਾਨਾਂ ਤੋਂ ਇਨਸਾਨਾਂ ਨੂੰ ਹੋ ਰਿਹਾ ਆ। ਇਸੇ ਤਰ੍ਹਾਂ ਜਿਹੜਾ ਕਰੋਨਾ ਵਾਇਰਸ ਆ ਧਰਤੀ ਦੇ ਉੱਤੇ ਸਾਰੇ ਪਾਸੇ ਫੈਲ ਰਿਹਾ ਆ। ਸੋ ਮੇਰੇ ਅਜੀਜ਼ੋ, ਇਹਨਾਂ ਗੱਲਾਂ ਤੋਂ ਸਾਨੂੰ ਸਮਝਣਾ ਚਾਹੀਦਾ ਵੀ ਜਿਹੜਾ ਪਰਮੇਸ਼ਰ ਦਾ ਵਚਨ ਆ ਉਹ ਸੱਚਾ ਆ, ਵੀ ਮੌਤ ਵੀ ਜਿਹੜੀ ਹੈ ਆਦਮ ਤੇ ਹਵਾ ਦੇ ਪਾਪ ਦੇ ਕਾਰਨ ਸਾਰੀ ਮਾਨਵ ਜਾਤੀ ਦੇ ਵਿੱਚ ਫੈਲ ਗਈ ਅਤੇ ਸਭ ਨੇ ਬਾਈਬਲ ਦੇ ਵਿੱਚ ਕੀ ਲਿਖਿਆ ਹੈ, ਪਾਪ ਕੀਤਾ ਹੈ। ਇਸ ਤੋਂ ਪਰਮੇਸ਼ਰ ਦਾ ਵਚਨ ਸਾਨੂੰ ਸਿਖਾਉਂਦਾ ਹੈ ਅਤੇ ਅਸੀਂ ਪਰਮੇਸ਼ਰ ਦੇ ਵਚਨ ਨੂੰ ਸਿੱਖ ਸਕਦੇ ਹਾਂ ਵੀ ਜੇ ਇੱਕ ਨੂੰ ਕਰੋਨਾ ਵਾਇਰਸ ਆ ਉਹ ਆਪਣੀ ਕੇਅਰ ਨਹੀਂ ਕਰਦਾ ਤੇ ਉਹ ਬਹੁਤ ਸਾਰੇ ਲੋਕਾਂ ਨੂੰ ਇਸ ਵਾਇਰਸ ਦੀ, ਇਸ ਬਿਮਾਰੀ ਦੇ ਚਪੇਟ ਦੇ ਵਿੱਚ ਲੈ ਸਕਦਾ ਆ। ਜਿਸ ਤਰ੍ਹਾਂ ਬਾਈਬਲ ਸਾਨੂੰ ਦੱਸਦੀ ਹੈ ਵੀ ਇੱਕ ਆਦਮ ਤੇ ਹਵਾ ਦੇ ਪਾਪ ਦੇ ਕਾਰਨ, ਉਹਨਾਂ ਦੇ ਪਾਪ ਦੇ ਕਾਰਨ ਸਭ ਮਾਨਵ ਜਾਤੀ ਜਿਹੜੀ ਸੀਗੀ ਪਾਪ ਤੇ ਮੌਤ ਦੀ ਚਪੇਟ ਦੇ ਵਿੱਚ ਆ ਗਈ। ਤੇ ਬਾਈਬਲ ਦੱਸਦੀ ਹੈ ਸਭਨਾਂ ਨੇ ਕੀ ਕੀਤਾ, ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਾਪ ਕੀਤਾ, ਕਿਉਂਕਿ ਸਾਡਾ ਜਨਮ ਹੀ ਪਾਪ ਤੋਂ ਹੋਇਆ ਹੈ। ਅੱਜ ਬਹੁਤ ਸਾਰੇ ਲੋਕਾਂ ਨੇ ਇਸ ਵਚਨ ਨੂੰ ਸੁਣ ਕੇ ਇਹ ਗੱਲ ਕਹਿਣੀ ਆ, ਅਸੀਂ ਤਾਂ ਕੋਈ ਪਾਪ ਕੀਤਾ ਹੀ ਨਹੀਂ, ਅਸੀਂ ਤਾਂ ਕੋਈ ਗੁਨਾਹ ਕੀਤਾ ਹੀ ਨਹੀਂ, ਅਸੀਂ ਤਾਂ ਕੋਈ ਗਲਤੀ ਕੀਤੀ ਨਹੀਂ। ਆਦਮ ਤੇ ਹਵਾ ਨੇ ਗਲਤੀ ਕੀਤੀ ਹੋਊਗੀ, ਆਦਮ ਤੇ ਹਵਾ ਨੇ ਪਾਪ ਕੀਤਾ ਹੋਊਗਾ, ਉਹਦੇ ਵਿੱਚ ਸਾਡਾ ਕੀ ਕਸੂਰ ਆ। ਹੁਣ ਮੈਂ ਇਹ ਗੱਲ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਮੇਰੇ ਅਜੀਜ਼ੋ ਵੀ ਇਹ ਜਿਹੜਾ ਵਾਇਰਸ ਆ, ਕਰੋਨਾ ਵਾਇਰਸ ਕਿੱਥੋਂ ਆਇਆ ਆ? ਸਭ ਲੋਕ ਕਹਿੰਦੇ ਆ ਚੀਨ ਤੋਂ ਆਇਆ ਆ। ਵੀ ਚੀਨ ਦੇ ਲੋਕ ਕੀ ਕਰਦੇ ਪਏ ਸੀਗੇ? ਚੀਨ ਦੇ ਲੋਕ ਕੁੱਤੇ ਖਾ ਰਹੇ ਸੀਗੇ, ਸੂਰ ਖਾ ਰਹੇ ਸੀਗੇ, ਬਿੱਛੂ ਖਾ ਰਹੇ ਸੀਗੇ, ਸੱਪ ਖਾ ਰਹੇ ਸੀਗੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਸਮਝਦੇ ਹਾਂ ਵੀ ਉਹਨਾਂ ਨੂੰ ਖਾਣੀਆਂ ਨਹੀਂ ਚਾਹੀਦੀਆਂ ਸੀਗੀਆਂ, ਉੱਥੇ ਦੇ ਲੋਕ ਜਿਹੜੇ ਆ ਚਮਕਿੱਦੜ ਖਾ ਰਹੇ ਆ। ਹਾਂਜੀ, ਤੇ ਇਹ ਜਿਹੜਾ ਕਰੋਨਾ ਵਾਇਰਸ ਹੈ ਸਾਰੇ ਕਹਿੰਦੇ ਆ ਵੀ ਉਹਨਾਂ ਦੀਆਂ ਇਸ ਗਲਤੀਆਂ ਦੇ ਕਰਕੇ ਸਾਰੇ ਸੰਸਾਰ ਦੇ ਉੱਤੇ ਫੈਲਿਆ ਆ। ਹੁਣ ਮੇਰੇ ਜੀਜੋ ਇੱਥੇ ਅਸੀਂ ਦੇਖਦੇ ਹਾਂ ਵੀ ਗਲਤੀ ਤਾਂ ਵੀ ਚੀਨ ਵਾਲਿਆਂ ਦੀ ਆ, ਵੀ ਕੁੱਤੇ ਬਿੱਲੇ ਜਿਹੜੇ ਆ ਸੂਰ ਉਹਨਾਂ ਨੇ ਖਾਧੇ, ਸੱਪ ਉਹਨਾਂ ਨੇ ਖਾਧੇ, ਚਮਕਿੱਦੜ ਉਹਨਾਂ ਨੇ ਖਾਧੇ। ਤੁਹਾਡਾ ਤਾਂ ਮੇਰਾ ਇਹਦੇ ਵਿੱਚ ਕੋਈ ਕਸੂਰ ਹੀ ਨਹੀਂ। ਪਰ ਜਿਹੜਾ ਕਰੋਨਾ ਵਾਇਰਸ ਆ ਉਹ ਚੀਨ ਦੀ ਇਸ ਗਲਤੀ ਦੇ ਕਰਕੇ ਸਾਰੇ ਲੋਕਾਂ ਨੂੰ ਕਿਉਂ ਫੜ ਰਿਹਾ ਆ? ਹੁਣ ਇਹ ਕਰੋਨਾ ਵਾਇਰਸ ਫੈਲ ਕਿੱਦਾਂ ਰਿਹਾ ਹੈ, ਇਸ ਚੀਜ਼ ਨੂੰ ਨੋਟ ਕਰੋ। ਇਹ ਕਿੱਦਾਂ ਫੈਲ ਰਿਹਾ ਆ ਵੀ ਜਿਸ ਵਿਅਕਤੀ ਨੂੰ ਕਰੋਨਾ ਵਾਇਰਸ ਆ, ਜੇ ਅਸੀਂ ਉਹਨਾਂ ਹੱਥ ਮਿਲਾਉਂਦੇ ਆ ਤੇ ਤਾਂ ਇਹ ਸਾਨੂੰ ਫੜ ਸਕਦਾ ਆ। ਜੇ ਅਸੀਂ ਉਹਦੇ ਮੂੰਹ ਦੇ ਕੋਲ ਮੂੰਹ ਕਰਦੇ ਆ ਤਾਂ ਇਹ ਸਾਨੂੰ ਫੜ ਸਕਦਾ ਆ। ਇੱਕ ਦੂਜੇ ਦੇ ਛਿੱਕਣ ਦੇ ਨਾਲ, ਜੇ ਸਾਡੇ ਕੋਲ ਕੋਈ ਛਿੱਕ ਦਿੰਦਾ ਆ ਇੱਦਾਂ ਦਾ ਕਰੋਨਾ ਵਾਇਰਸ ਦੇ ਨਾਲ ਜਕੜਿਆ ਹੋਇਆ ਮਰੀਜ਼, ਉਸ ਛਿੱਕਣ ਦੇ ਨਾਲ ਇਹ ਜਿਹੜਾ ਸਾਡੇ ਅੰਦਰ ਪ੍ਰਵੇਸ਼ ਕਰ ਸਕਦਾ ਹੈ। ਸੋ ਮੇਰੇ ਅਜੀਜ਼ੋ, ਜੇ ਇਸ ਤਰ੍ਹਾਂ ਇਹ ਵਾਇਰਸ ਜਿਹੜਾ ਆ ਸਾਡੇ ਇੱਕ ਦੂਜੇ ਦੇ ਅੰਦਰ ਪ੍ਰਵੇਸ਼ ਕਰ ਸਕਦਾ ਆ ਤੇ ਇਸੇ ਤਰ੍ਹਾਂ ਸਾਨੂੰ ਪਵਿੱਤਰ ਬਾਈਬਲ ਦੇ ਇਸ ਵਚਨ ਨੂੰ ਵੀ ਮੰਨਣਾ ਪੈਣਾ ਹੈ ਵੀ ਆਦਮ ਤੇ ਹਵਾ ਦੀ ਗਲਤੀ ਦੇ ਕਾਰਨ, ਪਾਪ ਦੇ ਕਾਰਨ ਇਹ ਜਿਹੜੀ ਮੌਤ ਹੈ, ਜਿਹੜਾ ਪਾਪ ਹੈ, ਇਹ ਸਭਨਾਂ ਦੇ ਮਨੁੱਖਾਂ ਦੇ ਅੰਦਰ ਫੈਲਿਆ ਆ ਤੇ ਸਭਨਾਂ ਨੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਕੀ ਕੀਤਾ ਹੈ, ਪਾਪ ਕੀਤਾ ਹੈ। ਹੁਣ ਕਰੋਨਾ ਵਾਇਰਸ ਦੇ ਮਰੀਜ਼ ਨੂੰ ਗਲੇ ਲਗਾ ਕੇ, ਉਹਨਾਂ ਹੱਥ ਮਿਲਾ ਕੇ, ਉਹਦੇ ਮੂੰਹ ਦੇ ਕੋਲ ਮੂੰਹ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਕੀਤਾ ਹੀ ਕੁਛ ਨਹੀਂ। ਕਰੋਨਾ ਵਾਇਰਸ ਦੇ ਅੱਗੇ ਤੁਸੀਂ ਵੱਡੀ ਤੋਂ ਵੱਡੀ ਗਲਤੀ ਕਰ ਲਓ, ਵੱਡੇ ਤੋਂ ਵੱਡਾ ਗੁਨਾਹ ਕਰ ਲਓ, ਉਹ ਸਾਰੀਆਂ ਗਲਤੀਆਂ, ਸਾਰਾ ਗੁਨਾਹ ਤੁਹਾਡਾ ਕਰੋਨਾ ਵਾਇਰਸ ਨੇ ਮਾਫ ਕਰ ਦੇਣਾ। ਪਰ ਇਹ ਗਲਤੀ, ਇਹ ਪਾਪ ਤੁਹਾਡਾ ਮਾਫ ਨਹੀਂ ਕਰਨਾ ਵੀ ਤੁਸੀਂ ਉਹਦੇ ਨਾਲ ਹੱਥ ਮਿਲਾਓ ਤੇ ਉਹਦੇ ਨਾਲ ਗਲੇ ਮਿਲੋ। ਇਸੇ ਤਰ੍ਹਾਂ ਧਰਤੀ ਦੇ ਉੱਤੇ ਮੇਰੇ ਅਜੀਜ਼ੋ, ਸਾਨੂੰ ਕਈ ਵਾਰੀ ਲੱਗਦਾ ਆ ਅਸੀਂ ਕੋਈ ਪਾਪ ਨਹੀਂ ਕੀਤਾ, ਅਸੀਂ ਕੋਈ ਇਦਾਂ ਦਾ ਵੱਡਾ ਗੁਨਾਹ ਨਹੀਂ ਕੀਤਾ ਜਿਹਦੀ ਸਜ਼ਾ ਸਾਨੂੰ ਏਡੀ ਵੱਡੀ ਮਿਲਣੀ ਚਾਹੀਦੀ ਆ। ਪਰ ਮੇਰੇ ਅਜੀਜ਼ੋ, ਇੱਕ ਗੁਨਾਹ ਸਾਡੇ ਸਭਨਾਂ ਤੋਂ ਹੋਇਆ ਆ। ਉਹ ਗੁਨਾਹ ਇਹ ਆ ਵੀ ਅਸੀਂ ਆਦਮ ਤੇ ਹਵਾ ਦੀ ਸੰਤਾਨ ਆ। ਅਸੀਂ ਉਸ ਆਦਮ ਤੇ ਹਵਾ ਤੋਂ ਪੈਦਾ ਹੋਏ ਆ, ਉਸ ਇਨਸਾਨ ਤੋਂ ਪੈਦਾ ਹੋਏ ਆ ਜਿਹੜਾ ਇਨਸਾਨ ਨਿੱਤ ਦਿਹਾੜੀ ਦੇ ਵਿੱਚ ਪਤਾ ਨਹੀਂ ਕਿੰਨੇ ਅਣਗਿਣਤ ਪਾਪ ਕਰਦਾ ਹੈ। ਜਿਸ ਤਰ੍ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਸਭ ਤੋਂ ਪਹਿਲਾ ਪਾਪ ਆਦਮ ਤੇ ਹਵਾ ਨੇ ਕੀਤਾ, ਉਹ ਪਹਿਲਾ ਪਾਪ ਉਹਨਾਂ ਨੇ ਕਿੱਦਾਂ ਕੀਤਾ? ਉਸ ਪਰਮੇਸ਼ਰ ਦੀ ਵਾਚਾ ਨੂੰ ਤੋੜ ਕੇ, ਉਸ ਪਰਮੇਸ਼ਰ ਦੇ ਵਚਨ ਨੂੰ ਤੋੜ ਕੇ, ਜਿਸ ਵਚਨ ਦੇ ਵਿੱਚ ਇਨਸਾਨ ਦੇ ਲਈ ਜੀਵਨ ਸੀਗਾ, ਉਸ ਵਚਨ ਨੂੰ ਤੋੜ ਕੇ ਸਭ ਤੋਂ ਪਹਿਲਾ ਪਾਪ ਜਿਹੜਾ ਸੀਗਾ ਆਦਮ ਤੇ ਹਵਾ ਨੇ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ, ਪਰਮੇਸ਼ਰ ਦੇ ਵਿਰੋਧ ਦੇ ਵਿੱਚ ਕੀਤਾ। ਇਸ ਤਰ੍ਹਾਂ ਆਦਮ ਅਤੇ ਹਵਾ ਦੇ ਪਾਪ ਦੇ ਕਾਰਨ ਪਾਪ ਅਤੇ ਮੌਤ ਸਭਨਾਂ ਮਨੁੱਖਾਂ ਦੇ ਅੰਦਰ ਫੈਲ ਗਈ। ਇਸ ਤਰ੍ਹਾਂ ਸਭ ਪਰਮੇਸ਼ਰ ਦੀ ਹਜ਼ੂਰੀ ਵਿੱਚ ਪਾਪ ਕਰਨ ਲੱਗ ਪਏ। ਜਿਸ ਤਰ੍ਹਾਂ ਅਸੀਂ ਧਰਤੀ ਤੇ ਦੇਖਦੇ ਹਾਂ, ਲੋਕ ਬਵਿਚਾਰ ਕਰ ਰਹੇ ਆ, ਲੋਕ ਚੋਰੀ ਕਰ ਰਹੇ ਆ, ਲੋਕ ਹੱਤਿਆ ਕਰ ਰਹੇ ਆ, ਲੋਕ ਝੂਠ ਬੋਲ ਰਹੇ ਆ, ਇਨਸਾਨ ਤੇ ਅਤਿਆਚਾਰ ਕਰ ਰਿਹਾ ਹੈ, ਇਨਸਾਨ ਗਾਲੀ ਗਲੋਚ ਕਰ ਰਿਹਾ ਹੈ। ਇਹ ਸਭ ਪਾਪ ਤਾਂ ਇਨਸਾਨ ਕਰਦਾ ਹੀ ਹੈ। ਇਨਸਾਨ ਆਦਮ ਅਤੇ ਔਰਤ ਵਾਂਗ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਵੀ ਕਰ ਰਿਹਾ ਹੈ। ਇਸੇ ਤਰ੍ਹਾਂ ਮੇਰੇ ਅਜੀਜ਼ੋ, ਇਹੀ ਪਾਪ ਜਿਹੜਾ ਆਦਮ ਤੇ ਹਵਾ ਤੋਂ ਸ਼ੈਤਾਨ ਨੇ ਅਦਨ ਦੇ ਬਾਗ ਦੇ ਵਿੱਚ ਕਰਵਾਇਆ ਸੀ,
ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕਰਵਾ ਕੇ ਇਹੀ ਪਾਪ ਸ਼ੈਤਾਨ ਯੀਸ਼ੂ ਮਸੀਹ ਦੇ ਕੋਲ ਵੀ ਆਇਆ, ਯੀਸ਼ੂ ਮਸੀਹ ਤੋਂ ਵੀ ਉਹ ਪਾਪ ਕਰਵਾਉਣ ਦੇ ਲਈ, ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕਰਵਾਉਣ ਦੇ ਲਈ। ਜਿਸ ਤਰ੍ਹਾਂ ਅਸੀਂ ਮਤੀ ਦੀ ਇੰਜੀਲ 4 ਅਧਿਆਇ ਦੇ ਵਿੱਚ ਪੜ੍ਹਦੇ ਹਾਂ, ਜਦੋਂ ਪ੍ਰਭੂ ਯੀਸ਼ੂ ਮਸੀਹ ਆਤਮਾ ਦੀ ਅਗਵਾਈ ਦੇ ਨਾਲ ਉਜਾੜ ਵਿੱਚ ਗਏ, ਸ਼ੈਤਾਨ ਦੇ ਹੱਥੋਂ ਉਹਦੀ ਪ੍ਰੀਖਿਆ ਹੋਵੇ ਜਿੱਦਾਂ ਆਦਮ ਤੇ ਹਵਾ ਦੀ ਪ੍ਰੀਖਿਆ ਹੋਈ ਸੀਗੀ। ਸ਼ੈਤਾਨ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਕਿਹਾ, ਜੇ ਤੂੰ ਪਰਮੇਸ਼ਰ ਦਾ ਪੁੱਤਰ ਹੈ ਤੇ ਕਹਿ ਇਹਨਾਂ ਪੱਥਰਾਂ ਨੂੰ ਕੀ ਬਣ ਜਾਣ, ਰੋਟੀਆਂ ਬਣ ਜਾਣ। ਪਰ ਪ੍ਰਭੂ ਯੀਸ਼ੂ ਮਸੀਹ ਨੇ ਸ਼ੈਤਾਨ ਨੂੰ ਜਵਾਬ ਦਿੱਤਾ ਵੀ ਲਿਖਿਆ ਹੋਇਆ ਹੈ ਵੀ ਇਨਸਾਨ ਨਿਰਾ ਰੋਟੀ ਦੇ ਨਾਲ ਜਿਉਂਦਾ ਨਹੀਂ ਰਹਿੰਦਾ, ਬਲਕਿ ਹਰੇਕ ਉਸ ਵਾਕ ਦੇ ਨਾਲ, ਹਰੇਕ ਉਸ ਵਚਨ ਦੇ ਨਾਲ ਜਿਉਂਦਾ ਰਹਿੰਦਾ ਹੈ ਜਿਹੜਾ ਪਰਮੇਸ਼ਵਰ ਦੇ ਮੂੰਹ ਦੇ ਵਿੱਚੋਂ ਨਿਕਲਦਾ ਹੈ। ਇਸ ਜਗ੍ਹਾ ਦੇ ਉੱਤੇ ਅਸੀਂ ਕੀ ਦੇਖਦੇ ਹਾਂ ਮੇਰੇ ਅਜੀਜ਼ੋ, ਯੀਸ਼ੂ ਮਸੀਹ ਨੇ ਸ਼ੈਤਾਨ ਦੀਆਂ ਉਹਨਾਂ ਝੂਠੀਆਂ ਗੱਲਾਂ ਦੇ ਵੱਲ ਧਿਆਨ ਨਹੀਂ ਦਿੱਤਾ, ਜਿਹੜੀਆਂ ਸ਼ੈਤਾਨ ਦੀਆਂ ਝੂਠੀਆਂ ਗੱਲਾਂ ਦੇ ਵਿੱਚ ਆਣ ਕੇ ਆਦਮ ਅਤੇ ਹਵਾ ਨੇ ਪਰਮੇਸ਼ਵਰ ਦੇ ਉਸ ਵਚਨ ਦੀ ਉਲੰਘਣਾ ਕੀਤੀ, ਜਿਸ ਪਰਮੇਸ਼ਵਰ ਦੇ ਵਚਨ ਨੂੰ ਮੰਨ ਕੇ ਆਦਮ ਅਤੇ ਹਵਾ ਨੇ ਸਦਾ ਹੀ ਧਰਤੀ ਦੇ ਉੱਤੇ ਜਿਉਂਦੇ ਰਹਿਣਾ ਸੀ। ਜਿਸ ਤਰ੍ਹਾਂ ਮੇਰੇ ਅਜੀਜ਼ੋ ਮਤੀ ਦੀ ਅੰਜੀਲ 4 ਅਧਿਆਇ 4 ਆਇਤ ਦੇ ਵਿੱਚ ਯੀਸ਼ੂ ਮਸੀਹ ਨੇ ਸ਼ੈਤਾਨ ਨੂੰ ਉੱਤਰ ਦਿੱਤਾ ਬਈ ਇਨਸਾਨ ਨਿਰਾ ਰੋਟੀ ਦੇ ਨਾਲ ਜਿਉਂਦਾ ਨਹੀਂ ਰਹਿੰਦਾ, ਬਲਕਿ ਹਰੇਕ ਉਸ ਵਾਕ ਤੋਂ, ਹਰੇਕ ਉਸ ਵਚਨ ਤੋਂ ਜਿਉਂਦਾ ਰਹਿੰਦਾ ਹੈ ਜਿਹੜਾ ਪਰਮੇਸ਼ਵਰ ਦੇ ਮੂੰਹ ਦੇ ਵਿੱਚੋਂ ਨਿਕਲਦਾ ਹੈ। ਪਵਿੱਤਰ ਬਾਈਬਲ ਦੇ ਇਹਨਾਂ ਵਚਨਾਂ ਨੂੰ ਪੜ੍ਹ ਕੇ ਅਸੀਂ ਇਹ ਸਿੱਖਦੇ ਹਾਂ ਵੀ ਗੱਲ ਉਸ ਜਗ੍ਹਾ ਦੇ ਉੱਤੇ ਆਦਮ ਤੇ ਹਵਾ ਦੇ ਫਲ ਖਾਣ ਦੀ ਨਹੀਂ ਸੀ ਅਤੇ ਨਾ ਹੀ ਪੱਥਰਾਂ ਨੂੰ ਰੋਟੀਆਂ ਬਣਾਉਣ ਦੀ ਸੀ। ਜੇ ਸਾਡਾ ਸਾਮਰਥੀ ਪਰਮੇਸ਼ਵਰ ਪ੍ਰਭੂ ਯੀਸ਼ੂ ਮਸੀਹ 5000 ਤੋਂ ਉੱਤੇ ਲੋਕਾਂ ਨੂੰ 5 ਰੋਟੀਆਂ ਦੇ ਨਾਲ ਰਜਾ ਸਕਦਾ ਸੀ ਅਤੇ 5 ਰੋਟੀਆਂ ਨੂੰ ਬਰਕਤ ਦੇ ਕੇ ਬਹੁਤ ਸਾਰੀਆਂ ਰੋਟੀਆਂ 'ਚ ਬਦਲ ਸਕਦਾ ਸੀ, ਤੇ ਮੇਰੇ ਅਜੀਜ਼ੋ ਉਹ ਪੱਥਰਾਂ ਨੂੰ ਵੀ ਰੋਟੀਆਂ ਬਣਾ ਸਕਦਾ ਸੀ। ਪਰ ਪ੍ਰਭੂ ਯੀਸ਼ੂ ਮਸੀਹ ਪਰਮੇਸ਼ਰ ਦੇ ਮੂੰਹ 'ਚੋਂ ਨਿਕਲੇ ਉਹਨਾਂ ਵਚਨਾਂ ਦੀ ਕੀਮਤ ਨੂੰ ਜਾਣਦਾ ਸੀ। ਜਿਸ ਪਰਮੇਸ਼ਵਰ ਦੇ ਮੂੰਹ 'ਚੋਂ ਨਿਕਲੇ ਵਚਨਾਂ ਦੀ ਕੀਮਤ ਨੂੰ ਆਦਮ ਅਤੇ ਹਵਾ ਨੇ ਨਾ ਜਾਣਿਆ। ਇਸ ਤਰ੍ਹਾਂ ਪਵਿੱਤਰ ਬਾਈਬਲ ਦੇ ਇਹਨਾਂ ਵਚਨਾਂ ਨੂੰ ਪੜ੍ਹ ਕੇ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਨਸਾਨ ਦਾ ਇਸ ਪਵਿੱਤਰ ਬਾਈਬਲ ਨੂੰ ਪੜ੍ਹਨਾ ਅਤੇ ਇਸ ਵਿੱਚ ਲਿਖੇ ਹੋਏ ਵਚਨਾਂ ਨੂੰ ਜਾਣਨਾ ਕਿੰਨਾ ਹੀ ਜ਼ਰੂਰੀ ਹੈ। ਇਸੇ ਤਰ੍ਹਾਂ ਸ਼ੈਤਾਨ ਜਿਹੜਾ ਸੀਗਾ ਪ੍ਰਭੂ ਯੀਸ਼ੂ ਮਸੀਹ ਦੇ ਕੋਲ ਵੀ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕਰਵਾਉਣ ਦੇ ਲਈ ਆਇਆ। ਜਿੱਦਾਂ ਉਹਨੇ ਆਦਮ ਤੇ ਹਵਾ ਨੂੰ ਫਲ ਖਾਣ ਦੇ ਲਈ ਉਕਸਾਇਆ, ਉਸੇ ਤਰ੍ਹਾਂ ਉਹਨੇ ਪਰਮੇਸ਼ਰ ਦੇ ਪੁੱਤਰ ਪ੍ਰਭੂ ਯੀਸ਼ੂ ਮਸੀਹ ਨੂੰ ਵੀ ਪਰਮੇਸ਼ਰ ਦੇ ਵਚਨ ਦੇ ਵਿਰੋਧ ਵਿੱਚ ਉਕਸਾਉਣ ਦੀ ਅਤੇ ਧੋਖਾ ਦੇਣ ਦੀ ਕੋਸ਼ਿਸ਼ ਕੀਤੀ। ਪਰ ਪ੍ਰਭੂ ਯੀਸ਼ੂ ਮਸੀਹ ਸ਼ੈਤਾਨ ਦੇ ਧੋਖੇ ਵਿੱਚ ਨਹੀਂ ਆਇਆ। ਪ੍ਰਭੂ ਯੀਸ਼ੂ ਮਸੀਹ ਕਿਉਂ ਨਹੀਂ ਉਹਦੇ ਧੋਖੇ 'ਚ ਆਇਆ? ਉਹ ਬੰਦੇ ਤੇ ਔਰਤ ਤੋਂ ਪੈਦਾ ਨਹੀਂ ਹੋਇਆ ਸੀ ਮੇਰੇ ਅਜੀਜ਼ੋ, ਉਹ ਪਰਮੇਸ਼ਵਰ ਤੋਂ ਪੈਦਾ ਹੋਇਆ ਸੀ। ਜਿਸ ਤਰ੍ਹਾਂ ਮੇਰੇ ਅਜੀਜ਼ੋ ਬਾਈਬਲ ਦੇ ਵਿੱਚ ਲਿਖਿਆ ਹੈ, ਯਸ਼ਾਇਆ ਨਬੀ ਨੇ ਪ੍ਰਭੂ ਯੀਸ਼ੂ ਮਸੀਹ ਦੇ ਆਉਣ ਤੋਂ 700 ਸਾਲ ਪਹਿਲਾਂ ਹੀ ਇਹ ਭਵਿੱਖਬਾਣੀ ਕਰ ਦਿੱਤੀ ਸੀ ਕਿ ਵੇਖੋ ਇੱਕ ਕੁਆਰੀ ਗਰਭਵਤੀ ਹੋਵੇਗੀ, ਪੁੱਤਰ ਨੂੰ ਪੈਦਾ ਕਰੇਗੀ, ਉਹ ਪਰਮੇਸ਼ਵਰ ਤੋਂ ਪੈਦਾ ਹੋਵੇਗਾ ਅਤੇ ਉਹ ਮਾਨਵ ਜਾਤੀ ਦੇ ਪਾਪਾਂ ਦੇ ਲਈ ਆਪਣਾ ਬਲੀਦਾਨ ਦੇਵੇਗਾ। ਜਿਸ ਤਰ੍ਹਾਂ ਅਸੀਂ ਯਸ਼ਾਇਆ ਨਬੀ ਦੀ ਪੁਸਤਕ 53 ਅਧਿਆਏ ਉਹਦੀ 4 ਤੇ 5 ਆਇਤ ਵਿੱਚ ਵੀ ਪੜ੍ਹਦੇ ਹਾਂ, ਸੱਚਮੁੱਚ ਉਸ ਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ, ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਇਸ ਜਗ੍ਹਾ ਦੇ ਉੱਤੇ ਯੀਸ਼ੂ ਮਸੀਹ ਦੇ ਆਉਣ ਤੋਂ ਪਹਿਲਾਂ ਹੀ ਯਸ਼ਾਇਆ ਨਬੀ ਇਹ ਭਵਿੱਖਬਾਣੀ ਕਰ ਰਿਹਾ ਹੈ ਵੀ ਇੱਕ ਆਏਗਾ ਜਿਹੜਾ ਸ਼ਬਦ ਤੋਂ ਪੈਦਾ ਹੋਵੇਗਾ, ਕੁਆਰੀ ਤੋਂ ਪੈਦਾ ਹੋਵੇਗਾ, ਉਹ ਸਾਡੇ ਅਪਰਾਧਾਂ ਦੇ ਲਈ ਘਾਇਲ ਕੀਤਾ ਜਾਏਗਾ, ਉਹ ਸਾਡੀਆਂ ਬਦੀਆਂ ਦੇ ਲਈ, ਪਾਪਾਂ ਦੇ ਲਈ ਕੁਚਲਿਆ ਜਾਏਗਾ ਅਤੇ ਪਰਮੇਸ਼ਰ ਸਾਡੇ ਸਾਰਿਆਂ ਦੀ ਬਦੀ ਨੂੰ, ਸਾਡੇ ਸਾਰਿਆਂ ਦੇ ਪਾਪ ਨੂੰ ਉਸ ਦੇ ਉੱਤੇ ਲੱਦੇਗਾ ਅਤੇ ਸਾਨੂੰ ਸਾਰਿਆਂ ਨੂੰ ਸਾਡੇ ਕੀਤੇ ਹੋਏ ਗੁਨਾਹਾਂ ਪਾਪਾਂ ਦੀ ਮਾਫੀ ਦੇਵੇਗਾ। ਜਿਸ ਤਰ੍ਹਾਂ ਅਸੀਂ ਪਵਿੱਤਰ ਬਾਈਬਲ ਯੋਹੰਨਾ ਦੀ ਅੰਜੀਲ 1 ਅਧਿਆਏ ਉਹਦੀ 1 ਆਇਤ ਵਿੱਚ ਵੀ ਪੜ੍ਹਦੇ ਹਾਂ, ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਸੰਗ ਸੀ ਅਤੇ ਸ਼ਬਦ ਹੀ ਪਰਮੇਸ਼ਵਰ ਸੀ। ਅਤੇ ਇਸੇ ਅਧਿਆਏ ਦੀ 14 ਆਇਤ ਵਿੱਚ ਅਸੀਂ ਪੜ੍ਹਦੇ ਹਾਂ, ਸ਼ਬਦ ਦੇਹਧਾਰੀ ਹੋਇਆ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ। ਹੁਣ ਅਸੀਂ ਇਹ ਗੱਲ ਦੇਖਣੀ ਹੈ ਮੇਰੇ ਅਜੀਜ਼ੋ, ਅਸੀਂ ਇਹਨਾਂ ਬਿਮਾਰੀਆਂ ਤੋਂ, ਇਹਨਾਂ ਖਤਰਨਾਕ ਬਵਾਵਾਂ ਤੋਂ, ਮਰੀਆਂ ਤੋਂ ਕਿੱਦਾਂ ਬਚ ਸਕਦੇ ਹਾਂ? ਕਿੱਦਾਂ ਅਸੀਂ ਪਰਮੇਸ਼ਰ ਦੇ ਕੋਲੋਂ ਆਪਣੇ ਕੀਤੇ ਹੋਏ ਗੁਨਾਹਾਂ ਦੀ
ਮਾਫੀ ਲੈ ਸਕਦੇ ਹੋ, ਆਪਣੇ ਕੀਤੇ ਹੋਈਆਂ ਗਲਤੀਆਂ ਦੀ ਸਜ਼ਾ ਭੋਗਣ ਤੋਂ ਬਚ ਸਕਦੇ ਹਾਂ। ਆਓ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਪੜ੍ਹਾਂਗੇ ਯੋਹੰਨਾ ਦੀ ਅੰਜੀਲ 6 ਅਧਿਆਏ ਉਹਦੀ 53 ਤੇ 54 ਆਇਤ। ਤਦ ਯੀਸ਼ੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੇ ਤੁਸੀਂ ਮਨੁੱਖ ਦੇ ਪੁੱਤਰ ਦਾ ਮਾਸ ਨਾ ਖਾਓ ਅਤੇ ਉਹਦਾ ਲਹੂ ਨਾ ਪੀਓ ਤਾਂ ਤੁਹਾਡੇ ਵਿੱਚ ਜਿਉਣ ਨਹੀਂ ਹੈ। ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ, ਸੰਦੀਪਕ ਜਿਉਣ ਉਸੇ ਦਾ ਹੈ ਅਤੇ ਮੈਂ ਅੰਤ ਦੇ ਦਿਨ ਉਹਨੂੰ ਜਿਉਂਦਾ ਉਠਾਵਾਂਗਾ। ਇਸ ਜਗ੍ਹਾ ਦੇ ਉੱਤੇ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਪੜ੍ਹਦੇ ਹਾਂ, ਪਰਮੇਸ਼ਰ ਦੇ ਕਲਾਮ ਦੇ ਵਿੱਚ, ਵੀ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਤਾਂ ਯਹੂਦੀਆਂ ਨੂੰ ਕਿਹਾ, ਜੇ ਕੋਈ ਮੇਰਾ ਮਾਸ ਨਾ ਖਾਵੇ ਅਤੇ ਜੇ ਕੋਈ ਮੇਰਾ ਲਹੂ ਨਾ ਪੀਵੇ ਉਹਦੇ ਅੰਦਰ ਜਿਉਣ ਨਹੀਂ ਹੈ। ਸੋ ਮੇਰੇ ਅਜੀਜ਼ੋ, ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਇਹ ਗੱਲ ਯਹੂਦੀਆਂ ਨੂੰ ਤਾਂ ਆਪਣੇ ਚੇਲਿਆਂ ਨੂੰ ਦੱਸੀ ਤੇ ਪਵਿੱਤਰ ਬਾਈਬਲ ਵਿੱਚ ਲਿਖਿਆ ਬਹੁਤ ਸਾਰੇ ਜਿਹੜੇ ਯਹੂਦੀ ਸੀਗੇ ਤੇ ਬਹੁਤ ਸਾਰੇ ਜਿਹੜੇ ਉਸ ਜਗ੍ਹਾ ਤੇ ਯੀਸ਼ੂ ਮਸੀਹ ਦੇ ਚੇਲੇ ਸੀਗੇ, ਪ੍ਰਭੂ ਯੀਸ਼ੂ ਮਸੀਹ ਤੋਂ ਪਿਛਾਂਹ ਹਟ ਕੇ ਪ੍ਰਭੂ ਯੀਸ਼ੂ ਮਸੀਹ ਨੂੰ ਛੱਡ ਕੇ ਚਲੇ ਗਏ, ਕਿਉਂਕਿ ਉਹਨਾਂ ਚੇਲਿਆਂ ਨੇ ਅਤੇ ਯਹੂਦੀਆਂ ਨੇ ਇਹ ਗੱਲ ਕਹੀ ਵੀ ਕੌਣ ਇਸ ਗੱਲ ਦੀ ਪਾਲਣਾ ਕਰ ਸਕਦਾ, ਵੀ ਇਹ ਜਿਹੜੀ ਗੱਲ ਹੈ ਵੀ ਕਿਸੇ ਮਨੁੱਖ ਦਾ ਮਾਸ ਖਾਣਾ ਤੇ ਉਹਦਾ ਲਹੂ ਪੀਣਾ, ਇਹ ਤਾਂ ਸੁਣਨ ਨੂੰ ਹੀ ਗੱਲ ਬੜੀ ਔਖੀ ਲੱਗਦੀ ਹੈ, ਇਹਦੀ ਪਾਲਣਾ ਅਸੀਂ ਕਿੱਦਾਂ ਕਰਾਂਗੇ। ਉੱਥੇ ਬਹੁਤ ਸਾਰੇ ਜਿਹੜੇ ਯਹੂਦੀ ਤੇ ਪ੍ਰਭੂ ਯੀਸ਼ੂ ਮਸੀਹ ਦੇ ਚੇਲੇ ਸੀਗੇ, ਪ੍ਰਭੂ ਯੀਸ਼ੂ ਮਸੀਹ ਨੂੰ ਇਸ ਗੱਲ ਦੇ ਕਾਰਨ ਛੱਡ ਕੇ ਚਲੇ ਗਏ। ਤਦ ਪ੍ਰਭੂ ਯੀਸ਼ੂ ਮਸੀਹ ਨੇ ਆਪਣੇ 12 ਚੇਲਿਆਂ ਨੂੰ ਪੁੱਛਿਆ ਕਿ ਤੁਸੀਂ ਵੀ ਮੈਨੂੰ ਛੱਡ ਕੇ ਜਾਣਾ ਚਾਹੁੰਦੇ ਹੋ? ਪਰ ਉਹਨਾਂ ਚੇਲਿਆਂ ਦੇ ਵਿੱਚੋਂ ਪਤਰਸ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਕਿਹਾ, ਪ੍ਰਭੂ ਜੀ, ਅਸੀਂ ਤੁਹਾਨੂੰ ਛੱਡ ਕੇ ਕਿੱਥੇ ਚਲ ਜਾਈਏ, ਜੀਵਨ ਦੀਆਂ ਗੱਲਾਂ ਤਾਂ ਤੇਰੇ ਕੋਲ ਆ। ਸੋ ਮੇਰੇ ਜੀਜੋ, ਚੇਲਿਆਂ ਨੇ ਕੀ ਕੀਤਾ, ਪ੍ਰਭੂ ਯੀਸ਼ੂ ਮਸੀਹ ਦੇ ਇਹ ਮੂੰਹ ਚੋਂ ਨਿਕਲੀਆਂ ਇਹਨਾਂ ਗੱਲਾਂ ਦੇ ਉੱਤੇ ਵਿਸ਼ਵਾਸ ਕੀਤਾ ਵੀ ਜੋ ਕੁਛ ਯੀਸ਼ੂ ਮਸੀਹ ਕਹਿ ਰਿਹਾ ਹੈ ਸੱਚਮੁੱਚ ਉਹ ਸੱਤ ਹੈ ਅਤੇ ਉਹ ਪਰਮੇਸ਼ਰ ਜਿਹੜਾ ਇਹ ਗੱਲ ਕਹਿ ਰਿਹਾ ਹੈ ਉਹਨੂੰ ਪੂਰਾ ਕਰਨ ਦੀ ਵੀ ਸਾਮਰਥ ਰੱਖਦਾ ਹੈ। ਇਸ ਤਰ੍ਹਾਂ ਚੇਲਿਆਂ ਨੇ ਪ੍ਰਭੂ ਯੀਸ਼ੂ ਮਸੀਹ ਦੀ ਕਈਆਂ ਹੋਈਆਂ ਗੱਲਾਂ ਦੇ ਉੱਤੇ ਕੀ ਕੀਤਾ, ਵਿਸ਼ਵਾਸ ਕੀਤਾ ਅਤੇ ਪ੍ਰਭੂ ਯੀਸ਼ੂ ਮਸੀਹ ਦੇ ਨਾਲ ਖੜੇ ਰਹੇ। ਸੋ ਜਦੋਂ ਪ੍ਰਭੂ ਯੀਸ਼ੂ ਮਸੀਹ ਨੇ ਮੇਰੇ ਅਜੀਜ਼ੋ ਕਰੂਸ ਦੇ ਉੱਤੇ ਮਾਨਵ ਜਾਤੀ ਦੇ ਪਾਪਾਂ ਦੇ ਲਈ ਬਲੀਦਾਨ ਦੇਣਾ ਸੀਗਾ, ਆਪਣੀ ਕੁਰਬਾਨੀ ਮਾਨਵ ਜਾਤੀ ਦੇ ਪਾਪਾਂ ਦੀ ਮਾਫੀ ਦੇ ਲਈ ਦੇਣੀ ਸੀਗੀ, ਉਸ ਤੋਂ ਪਹਿਲਾਂ ਪ੍ਰਭੂ ਯੀਸ਼ੂ ਮਸੀਹ ਨੇ ਇਹ ਭੇਤ ਜਿਹੜਾ ਸੀਗਾ ਆਪਣੇ ਚੇਲਿਆਂ ਦੇ ਉੱਤੇ ਖੋਲ੍ਹਿਆ ਵੀ ਤੁਸੀਂ ਕਿੱਦਾਂ ਮੇਰਾ ਮਾਸ ਖਾ ਸਕਦੇ ਆ ਤੇ ਕਿੱਦਾਂ ਮੇਰਾ ਲਹੂ ਪੀ ਸਕਦੇ ਆ। ਉਹ ਜਗ੍ਹਾ ਦੇ ਉੱਤੇ ਲਿਖਿਆ ਲੂਕਾ ਦੀ ਇੰਜੀਲ 22 ਅਧਿਆਏ ਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਨੇ ਰੋਟੀ ਲਈ ਤੇ ਤੋੜੀ, ਆਪਣੇ ਚੇਲਿਆਂ ਨੂੰ ਦਿੱਤੀ ਅਤੇ ਉਹਨਾਂ ਨੂੰ ਆਖਿਆ, ਇਹ ਮੇਰਾ ਸਰੀਰ ਹੈ ਜਿਹੜਾ ਤੁਹਾਡੇ ਹੀ ਅਪਰਾਧਾਂ ਲਈ ਤੋੜਿਆ ਜਾਂਦਾ ਹੈ। ਉਸ ਤੋਂ ਬਾਅਦ ਪ੍ਰਭੂ ਯੀਸ਼ੂ ਮਸੀਹ ਨੇ ਇੱਕ ਅੰਗੂਰੀ ਰਸ ਦੇ ਪਿਆਲੇ ਨੂੰ ਲਿਆ ਅਤੇ ਉਹ ਪਿਆਲੇ ਨੂੰ ਆਪਣੇ ਚੇਲਿਆਂ ਨੂੰ ਦੇ ਕੇ ਕਿਹਾ ਵੀ ਇਸ ਪਿਆਲੇ ਦੇ ਵਿੱਚੋਂ ਪੀਓ, ਇਹ ਨਵੇਂ ਨੇਮ ਦਾ ਮੇਰਾ ਉਹ ਪਵਿੱਤਰ ਲਹੂ ਹੈ ਜਿਹੜਾ ਤੁਹਾਡੇ ਤੇ ਬਹੁਤਿਆਂ ਦੇ ਪਾਪਾਂ ਦੀ ਮਾਫੀ ਦੇ ਲਈ ਬਹਾਇਆ ਜਾਂਦਾ ਹੈ। ਇੱਥੇ ਪ੍ਰਭੂ ਯੀਸ਼ੂ ਮਸੀਹ ਮੇਰੇ ਅਜੀਜ਼ੋ ਆਪਣੇ ਚੇਲਿਆਂ ਨੂੰ ਅਤੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਪਰਮੇਸ਼ਰ ਦੇ ਕੋਲੋਂ ਆਪਣੇ ਪਾਪਾਂ ਦੀ ਮਾਫੀ ਨੂੰ ਲੈਣਾ ਚਾਹੁੰਦੇ ਹਨ, ਉਹਨਾਂ ਦੇ ਨਾਲ ਪਰਮੇਸ਼ਰ ਦੇ ਵੱਲੋਂ ਇੱਕ ਨਵੀਂ ਵਾਚਾ, ਇੱਕ ਨਵਾਂ ਹੁਕਮ, ਇੱਕ ਨਵਾਂ ਨੇਮ ਜਿਹੜਾ ਉਹਨਾਂ ਦੇ ਨਾਲ ਬਣ ਰਹੇ ਆ ਵੀ ਜਿਸ ਤਰ੍ਹਾਂ ਆਦਮ ਤੇ ਹਵਾ ਨੇ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕਰਕੇ ਪਾਪ ਕੀਤਾ ਅਤੇ ਧਰਤੀ ਤੇ ਮ੍ਰਿਤੂ ਆਈ, ਉਸੇ ਤਰ੍ਹਾਂ ਪ੍ਰਭੂ ਯੀਸ਼ੂ ਮਸੀਹ ਉਹਨਾਂ ਨੂੰ ਇੱਕ ਨਵੀਂ ਵਾਚਾ, ਇੱਕ ਨਵਾਂ ਹੁਕਮ ਦੇ ਕੇ ਇਹ ਗੱਲ ਕਹਿ ਰਿਹਾ ਹੈ ਵੀ ਜੇ ਤੁਸੀਂ ਇਸ ਗੱਲ ਦੇ ਉੱਤੇ ਵਿਸ਼ਵਾਸ ਕਰੋ ਵੀ ਮੇਰੀ ਜਿਹੜੀ ਦੇਹ ਹੈ ਉਹ ਤੁਹਾਡੇ ਹੀ ਪਾਪਾਂ ਤੇ ਅਪਰਾਧਾਂ ਲਈ ਤੋੜੀ ਜਾਂਦੀ ਹੈ, ਜੇ ਤੁਸੀਂ ਵਿਸ਼ਵਾਸ ਕਰੋ ਵੀ ਮੇਰਾ ਜਿਹੜਾ ਲਹੂ ਹੈ ਤੁਹਾਡੇ ਹੀ ਪਾਪਾਂ ਤੋਂ ਤੁਹਾਨੂੰ ਸ਼ੁੱਧ ਕਰਨ ਦੇ ਲਈ ਬਹਾਇਆ ਜਾਂਦਾ ਹੈ, ਤਾਂ ਫਿਰ ਤੁਸੀਂ ਪਿਤਾ ਪਰਮੇਸ਼ਰ ਦੇ ਕੋਲੋਂ ਕੀ ਕਰੋਗੇ, ਆਪਣੇ ਪਾਪਾਂ ਦੀ ਮਾਫੀ ਨੂੰ ਪਾਓਗੇ। ਜਿਸ ਤਰ੍ਹਾਂ ਪਵਿੱਤਰ ਬਾਈਬਲ ਮਤੀ ਦੀ ਅੰਜੀਲ 5 ਅਧਿਆਏ ਉਹਦੀ 17 ਆਇਤ ਵਿੱਚ ਲਿਖਿਆ ਹੈ, ਪ੍ਰਭੂ ਯੀਸ਼ੂ ਮਸੀਹ ਨੇ ਆਖਿਆ, ਮੈਂ ਨਬੀਆਂ ਦੀਆਂ ਗੱਲਾਂ ਨੂੰ ਅਤੇ ਵਿਵਸਥਾ ਦੀਆਂ ਗੱਲਾਂ ਨੂੰ ਰੱਦ ਕਰਨ ਦੇ ਲਈ ਨਹੀਂ ਆਇਆ, ਬਲਕਿ ਉਹਨਾਂ ਸਾਰੀਆਂ ਗੱਲਾਂ ਨੂੰ ਪੂਰਾ ਕਰਨ ਦੇ ਲਈ ਆਇਆ ਹਾਂ। ਜਿਸ ਵਚਨ ਨੂੰ ਨਾ ਤਾਂ ਆਦਮ ਤੇ ਔਰਤ ਪੂਰਾ ਕਰ ਸਕੇ ਅਤੇ ਨਾ ਹੀ ਤੁਸੀਂ ਤਾਂ ਮੈਂ, ਨਾ ਹੀ ਮਾਨਵ ਜਾਤੀ, ਨਾ ਹੀ ਸਾਰੀ ਮਾਨਵ ਜਾਤੀ ਉਸ ਵਚਨ ਨੂੰ ਪੂਰਾ ਕਰ ਸਕਦੀ ਹੈ। ਸੋ ਆਓ ਮੇਰੇ ਅਜੀਜ਼ੋ, ਅਸੀਂ ਰੋਟੀ ਲਈਏ ਤੇ ਤੋੜੀਏ ਅਤੇ ਇਸ ਗੱਲ ਦਾ ਅੰਗੀਕਾਰ ਕਰੀਏ ਵੀ ਇਹ ਜਿਹੜੀ ਰੋਟੀ ਹੈ ਪ੍ਰਭੂ ਯੀਸ਼ੂ ਮਸੀਹ ਦੀ ਦੇਹ ਹੈ, ਜਿਹੜੀ ਦੇਹ ਸਾਡੇ ਹੀ ਅਪਰਾਧਾਂ ਦੇ ਲਈ ਅਤੇ ਸਾਡੇ ਹੀ ਪਾਪਾਂ ਦੇ ਲਈ ਕਰੂਸ ਦੇ ਉੱਤੇ ਤੋੜੀ ਗਈ। ਇਸੇ ਤਰ੍ਹਾਂ ਅੰਗੂਰੀ ਰਸ ਦਾ ਪਿਆਲਾ ਲੈ ਕੇ ਉਸ ਦੇ ਉੱਤੇ ਵੀ ਇਸ ਗੱਲ ਦਾ ਅੰਗੀਕਾਰ ਕਰੀਏ ਵੀ ਇਹ ਯੀਸ਼ੂ ਦਾ ਉਹ ਪਵਿੱਤਰ ਲਹੂ ਹੈ ਜਿਹੜਾ ਸਾਡੇ ਅਤੇ ਬਹੁਤਿਆਂ ਦੇ ਪਾਪਾਂ ਦੀ ਮਾਫੀ ਦੇ ਲਈ ਬਹਾਇਆ ਗਿਆ।
ਸੋ ਮੇਰੇ ਭੈਣੋ ਭਰਾਵੋ, ਪ੍ਰਭੂ ਕਿਉਂ ਚਾਹੁੰਦਾ ਹੈ ਅਸੀਂ ਉਹਦੀ ਦੇਹ ਨੂੰ ਖਾਈਏ ਅਤੇ ਉਹਦੇ ਲਹੂ ਨੂੰ ਪੀਏ? ਕਿਉਂਕਿ ਉਹ ਚਾਹੁੰਦਾ ਹੈ ਅਸੀਂ ਸਭ ਮਾਨਵ ਜਾਤੀ ਉਹਦੇ ਪੁੱਤਰ ਦੇ ਸਰੂਪ ਉੱਤੇ ਬਣੀਏ। ਜਿਸ ਤਰ੍ਹਾਂ ਪਵਿੱਤਰ ਬਾਈਬਲ ਰੋਮੀਆਂ 8 ਅਧਿਆਏ ਉਹਦੀ 29 ਐਤ ਵਿੱਚ ਲਿਖਿਆ ਹੈ, ਕਿਉਂਕਿ ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ ਉਸ ਨੇ ਉਹਨਾਂ ਨੂੰ ਅੱਗਿਓਂ ਹੀ ਠਹਿਰਾਇਆ ਭਈ ਉਹਦੇ ਪੁੱਤਰ ਦੇ ਸਰੂਪ ਉੱਤੇ ਬਣਨ। ਜਿਸ ਤਰ੍ਹਾਂ ਮੇਰੇ ਅਜੀਜ਼ੋ ਆਦਮ ਨੂੰ ਪਰਮੇਸ਼ਵਰ ਨੇ ਆਪਣੇ ਸਰੂਪ ਤੇ ਆਪਣੇ ਵਰਗਾ ਬਣਾਇਆ ਸੀ, ਉਸੇ ਤਰ੍ਹਾਂ ਮੇਰੇ ਅਜੀਜ਼ੋ ਆਪਣੇ ਪੁੱਤਰ ਯੀਸ਼ੂ ਦੀ ਦੇਹ ਸਾਡੇ ਨਾਲ ਸਾਂਝੀ ਕਰਕੇ, ਆਪਣੇ ਪੁੱਤਰ ਯੀਸ਼ੂ ਦਾ ਪਵਿੱਤਰ ਲਹੂ ਸਾਡੇ ਨਾਲ ਸਾਂਝਾ ਕਰਕੇ ਅੱਜ ਪਰਮੇਸ਼ਵਰ ਤੁਹਾਨੂੰ ਤਾਂ ਮੈਨੂੰ ਆਪਣੇ ਪੁੱਤਰ, ਆਪਣੇ ਧੀਆਂ ਪੁੱਤਰਾਂ ਦੇ ਸਰੂਪ ਦੇ ਉੱਤੇ ਬਣਾਉਣਾ ਚਾਹੁੰਦੇ ਹਨ। ਜਿਸ ਤਰ੍ਹਾਂ ਯੋਹੰਨਾ ਦੀ ਅੰਜੀਲ ਪਹਿਲਾ ਅਧਿਆਏ ਉਹਦੀ 12 ਐਤ ਵਿੱਚ ਅਸੀਂ ਪੜ੍ਹਦੇ ਹਾਂ, ਜਿਨ੍ਹਾਂ ਨੇ ਪ੍ਰਭੂ ਯੀਸ਼ੂ ਮਸੀਹ ਨੂੰ ਕਬੂਲ ਕੀਤਾ ਉਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੇ ਧੀਆਂ ਪੁੱਤਰਾਂ ਹੋਣ ਦਾ ਹੱਕ ਦਿੱਤਾ, ਜਿਨ੍ਹਾਂ ਨੇ ਉਹਦੇ ਉੱਤੇ ਨੇਚਾ ਕੀਤੀ ਵੀ ਉਹਦੀ ਦੇਹ ਸਾਡੇ ਹੀ ਪਾਪਾਂ ਲਈ ਅਤੇ ਸਾਡੇ ਹੀ ਗੁਨਾਹਾਂ ਲਈ ਤੋੜੀ ਗਈ ਅਤੇ ਉਹਦਾ ਪਵਿੱਤਰ ਲਹੂ ਸਾਡੇ ਹੀ ਪਾਪਾਂ ਤੋਂ ਸ਼ੁੱਧ ਕਰਨ ਦੇ ਲਈ ਬਹਾਇਆ ਗਿਆ। ਸੋ ਆਓ ਮੇਰੇ ਅਜੀਜ਼ੋ, ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਤੁਸੀਂ ਦੇਖ ਰਹੇ ਆ ਲੋਕਡਾਊਨ ਚੱਲ ਰਿਹਾ, ਸਾਰੇ ਲੋਕ ਆਪਣੇ ਘਰਾਂ ਦੇ ਵਿੱਚ ਬੰਦ ਆ। ਸੋ ਆਓ ਮੇਰੇ ਅਜੀਜ਼ੋ, ਅਸੀਂ ਆਪਣੇ ਘਰਾਂ ਦੇ ਵਿੱਚ ਪ੍ਰਭੂ ਭੋਜ ਕਰੀਏ ਅਤੇ ਪਰਮੇਸ਼ਵਰ ਦੇ ਕੋਲੋਂ ਆਪਣੇ ਪਾਪਾਂ ਦੀ ਮਾਫੀ ਨੂੰ ਲਈਏ ਅਤੇ ਪਰਮੇਸ਼ਵਰ ਦੇ ਨਾਲ ਆਪਣਾ ਰਿਸ਼ਤਾ ਜਿਹੜਾ ਹੈ ਹੋਰ ਗੂੜਾ ਤੇ ਹੋਰ ਮਜ਼ਬੂਤ ਕਰੀਏ। ਸੋ ਮੇਰੇ ਅਜੀਜ਼ੋ, ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਇਸ ਵਚਨ ਦੇ ਸੁਣੇ ਜਾਣ ਦੇ ਲਈ ਪਰਮੇਸ਼ਵਰ ਤੁਹਾਨੂੰ ਬਹੁਤ ਬਹੁਤ ਆਸ਼ੀਸ਼ ਤੇ ਬਰਕਤ ਦੇਵੇ। ਗॉड ब्लेस यू।